Like the video, subscribe to the channel and press the bell icon for latest video updates. ਆਪੋਜੀਸ਼ਨ ਦਾ ਰੋਲ ਹੀ ਹੈ ਜੇ ਆਪੋਜੀਸ਼ਨ ਨੂੰ ਨਜ਼ਰ ਆਂਦਾ ਹੈ ਕਿ ਗਵਰਨਮੈਂਟ ਦੀ ਵਰਕਿੰਗ ਦੇ ਵਿੱਚ ਕੁਤਾਹੀ ਹੋਈ ਹੈ, ਬੇਈਮਾਨੀ ਹੋਈ ਹੈ, ਤੇ ਉਹ ਨਹੀਂ ਬੋਲਣਗੇ ਤਾਂ ਹੋਰ ਕੌਣ ਬੋਲੂਗਾ? ਇਹਨੂੰ ਪੋਲੀਟੀਕਲ ਕਹਿੰਦਾ ਕੀ ਮਤਲਬ ਹੈ? ਵਾਹ ਵਾਹ ਕੀ ਬਾਤ। ਜੇ ਨਿਊਜ਼ਪੇਪਰ ਵਾਲੇ ਵੀ ਐਡੀਟੋਰੀਅਲ ਲਿਖ ਸਕਦੇ ਆ ਤਾਂ ਪੋਲੀਟੀਕਲ ਪਾਰਟੀ ਨਹੀਂ ਬੋਲੂ ਤਾਂ ਹੋਰ ਕੌਣ ਬੋਲੂਗਾ? ਹਾਂ ਹੋਰ ਕੌਣ ਬਹੁਤ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪੋਪੂਲੇਸ਼ਨ ਹੈ ਸ਼ਡਿਊਲ ਕਾਸਟ ਦੀ। ਜੇ ਪੰਜਾਬ ਦੇ ਵਿੱਚ ਉਹਨਾਂ ਨਾਲ ਵੀ ਧੱਕਾ ਹੋਊਗਾ ਤਾਂ ਬੋਲਣਗੇ ਕਿਉਂ ਨਹੀਂ ਲੋਕ? ਇਹ ਐਕਸਪੈਕਟ ਕਰਨਾ ਕਿ ਲੋਕ ਚੁੱਪ ਰਹਿਣਗੇ, ਮੂੰਹ ਦੇ ਵਿੱਚ ਬੰਟੇ ਪਾ ਲੈਣਗੇ, ਨਹੀਂ, ਲੋਕੀ ਤਾਂ ਛੱਤ ਖੜ ਚੜ ਕੇ ਬੋਲਣਗੇ। ਮੈਂ ਤਾਂ ਸੋਚਦਾ ਘੱਟ ਬੋਲਿਆ, ਇਹ ਪੈਂਡੈਮਿਕ ਚ ਬਚ ਗਏ, ਨਹੀਂ ਤਾਂ ਪੰਜਾਬ ਪੱਧਰ ਦੀ ਐਜੀਟੇਸ਼ਨ ਦਾ ਮੁੱਦਾ ਹੈ। ਮੈਂ ਨਹੀਂ ਸਮਝਦਾ ਜੀ ਕਿ ਇੱਕ ਆਈਐਸ ਅਫਸਰ ਦੀ ਰਿਪੋਰਟ ਹੈ ਜਿਹੜੀ ਉਹ ਵਿਦਆਊਟ ਬੇਸਿਸ ਹੋ। ਹਾਂਜੀ ਹਾਂਜੀ ਐਂਡ ਇਹ ਆਫਿਸਰ ਦੀ ਰੈਪੂਟੇਸ਼ਨ ਬਹੁਤ ਅੱਛੀ ਰੈਪੂਟੇਸ਼ਨ। ਹਾਂਜੀ 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 ਐਂਡ ਸਿੰਪਲੀ ਇਸ ਕਰਕੇ ਕਹਿ ਦੇਣਾ ਮੇਰੇ ਨਾਲ ਲੱਗਦੀ ਹੈ, ਲੱਗਣ ਕਰਕੇ ਕੋਈ ਅਫਸਰ ਦੀ ਹਿੰਮਤ ਨਹੀਂ ਹੈ ਕਿ ਰੂਲਿੰਗ ਪਾਰਟੀ ਦੇ ਮਿਨਿਸਟਰ ਦੇ ਅਗੇਂਸਟ ਲਿਖੇ। ਬਿਲਕੁਲ ਬਿਲਕੁਲ ਇਹ ਬੜੇ ਗਲੇਅਰਿੰਗ ਤੱਥ ਹੋਣਗੇ, ਇਸੇ ਕਰਕੇ ਉਹਨਾਂ ਨੇ ਲਿਖਿਆ। ਜੇ ਮਾੜੇ ਮੋਟੇ ਹੁੰਦੇ ਤਾਂ ਸ਼ਾਇਦ ਇਹ ਅੱਖ ਮੀਚ ਲੈਂਦਾ, ਇਗਨੋਰ ਕਰ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਇੱਕ ਬਹੁਤ ਵੱਡਾ ਸਕੈਮ ਉੱਭਰ ਕੇ ਆ ਰਿਹਾ। ਪਹਿਲਾਂ ਤਾਂ 64 ਕਰੋੜ ਦਾ ਲੱਗਦਾ ਸੀ, ਹੁਣ ਇਹ ਵੀ ਆਈਆਂ ਹੈਗੀਆਂ ਐਪਲੀਕੇਸ਼ਨ, ਇਹਦੇ ਤੋਂ ਵੱਧ ਵੀ ਸਕਦਾ ਹੈਗਾ। ਇਹਦੇ ਤੇ ਕੇਂਦਰ ਸਰਕਾਰ ਨੇ ਆਪਣੀ ਇੱਕ ਇਨਕੁਆਇਰੀ ਬਿਠਾਤੀ ਹੈਗੀ ਹੈ, ਜਿਹਦਾ ਸਟੇਟ ਗਵਰਨਮੈਂਟ ਰਿਐਕਟ ਕਰ ਰਹੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਇਹਦੀਆਂ ਹੋਰ ਪਰਤਾਂ ਖੋਲ੍ਹਣ ਲਈ ਅਸੀਂ ਖਾਸ ਤੌਰ ਤੇ ਆਨਲਾਈਨ ਲੁਧਿਆਣੇ ਤੋਂ ਸ਼੍ਰੀ ਹਰੀਸ਼ ਰਾਏ ਢਾਂਡਾ ਜੀ ਨਾਲ ਤਕਲੀਫ ਦੇ ਰਹੇ ਹਾਂ, ਉਹਨਾਂ ਦੀ ਇੰਟਰਵਿਊ ਕਰ ਰਹੇ ਹਾਂ। ਢਾਂਡਾ ਸਾਹਿਬ ਬਹੁਤ ਰਿਪਿਊਟਡ ਪੋਲੀਟੀਸ਼ੀਅਨ ਹੈਗੇ ਆ, ਐਕਸ ਐਮਐਲਏ ਹੈਗੇ ਆ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਰਹੇ ਹੈਗੇ ਤੇ ਮੌਜੂਦਾ ਮੈਂਬਰ ਹੈਗੇ ਆ। ਢਾਂਡਾ ਸਾਹਿਬ ਇਹ ਹਰ ਪਾਸੇ ਵੱਖ-ਵੱਖ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ, ਆਪ ਵਾਲੇ ਜਾਂ ਜਿਹੜੇ ਵੀਕਰ ਸੈਕਸ਼ਨ ਦੇ ਪ੍ਰਤੀਨਿਧ, ਪੂਰੇ ਪੰਜਾਬ 'ਚ ਲਗਾਤਾਰ ਇਹੋ ਜਿਹੜੇ ਧਰਨੇ ਪ੍ਰੋਟੈਸਟ ਹੋ ਰਹੇ ਹੈਗੇ। ਕੀ ਕਹਿਣਾ ਚਾਹੁੰਦੇ ਹੋ? ਇਹ ਪੋਲੀਟੀਕਲ ਆ ਕਿ ਜਾਂ ਵਾਕਿਆ ਹੀ ਜਿਹੜੇ ਸ਼ਡਿਊਲ ਕਾਸਟ ਗਰੀਬ ਬੱਚਿਆਂ ਨਾਲ ਇੱਕ ਧੱਕਾ ਹੋਇਆ, ਉਹ ਵੀ ਇੱਕ ਐਸੀ ਕੈਟੇਗਰੀ ਵਾਲੇ ਮੰਤਰੀ ਦੁਆਰਾ? ਪਰ ਸਾਹਿਬ ਇਹਦੇ ਚ ਤਾਂ ਕੋਈ ਡਾਊਟ ਨਹੀਂ ਹੈ ਕਿ ਬਹੁਤ ਜ਼ਿਆਦਾ ਧੱਕਾ ਹੋਇਆ। ਮੰਤਰੀ ਜਿਹੜੀ ਮਰਜ਼ੀ ਕੈਟੇਗਰੀ ਦਾ ਹੋਵੇ ਤਾਂ ਫਰਕ ਨਹੀਂ ਪੈਂਦਾ। ਫਰਕ ਤਾਂ ਪੈਂਦਾ ਬੰਦੇ ਦਾ ਕਰੈਕਟਰ ਤੇ ਨੀਅਤ ਕੈਸੀ ਹੈ। ਹਾਂਜੀ, ਇੱਕ ਅਨਫੋਰਚੂਨੇਟ ਪਾਰਟ ਹੈ ਕਿ ਸਾਡੇ ਕੰਟਰੀ ਦੇ ਵਿੱਚ ਅਸੀਂ ਬਹੁਤ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਬੈਕਵਰਡ ਸਾਡੇ ਕਲਾਸਿਸ ਹੈਗੇ, ਚਾਹੇ ਉਹ ਸ਼ਡਿਊਲ ਕਾਸਟ ਹੋਣ ਜਾਂ ਹੋਰ ਹੋਣ। ਹਾਂਜੀ, ਤੇ ਜਦ ਸਰਵੇ ਹੁੰਦੇ ਆ ਉਹਦੇ ਵਿੱਚ ਇੰਪਰੂਵਮੈਂਟ ਨਜ਼ਰ ਨਹੀਂ ਆਉਂਦੀ। ਇਹਦਾ ਹਾਂਜੀ, ਮਤਲਬ ਇਹ ਹੈ ਕਿ ਜਿਹੜਾ ਗਰਾਊਂਡ ਤੇ ਬੈਨੀਫਿਟ ਪਹੁੰਚਣੇ ਚਾਹੀਦੇ ਆ ਉਹ ਪਹੁੰਚਦੇ ਨਹੀਂ। ਉਹਨਾਂ ਦੀ ਹਾਂਜੀ, ਐਵੋਲੂਸ਼ਨ ਨਹੀਂ ਹੁੰਦੀ, ਉਹਨਾਂ ਦੇ ਰਹਿਣ ਸਹਿਣ ਦੀ, ਉਹਨਾਂ ਦੇ ਐਜੂਕੇਸ਼ਨ ਸਟੈਂਡਰਡ ਦੀ, ਉਹਨਾਂ ਦੀ ਹਾਊਸਿੰਗ ਦੀ, ਉਹਨਾਂ ਦੀ ਇਕਨੋਮੀ ਦੀ। ਉਹ ਉੱਥੇ ਦੇ ਉੱਥੇ ਹੀ ਬੈਠੇ। ਸੋ ਇਹਦੇ ਲਈ ਇਹ ਬੜਾ ਗੰਭੀਰ ਮਸਲਾ ਹੈ, ਇਹ ਬੜੀ ਸੀਰੀਅਸਨੈਸ ਨਾਲ ਲੈਣਾ ਚਾਹੀਦਾ। ਹਾਂਜੀ, ਇੱਕ ਜਿੰਨੇ ਐਡੀਟੋਰੀਅਲ ਪੇਪਰਾਂ ਵਿੱਚ ਇਹਨਾਂ ਨੇ ਬਹੁਤ ਗਰੀਬ ਬੱਚਿਆਂ ਨਾਲ ਸਿੰਪਥੀ ਕੀਤੀ ਆ, ਪਰ ਪੋਲੀਟੀਕਲ ਐਨਾਲਿਸਟ ਇਹ ਵੀ ਫੀਲ ਕਰਦੇ ਹੈਗੇ ਆ, ਚਲੋ ਨੋ ਡਾਊਟ ਇਹ ਸਕੈਮ ਤਾਂ ਹੈਗਾ ਹੀ ਆ, ਕਿਉਂਕਿ ਪੰਜਾਬ ਵਿੱਚ ਐਸੀ ਪਾਪੂਲੇਸ਼ਨ ਬੜੀ ਜ਼ਿਆਦਾ ਆ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਾਂ ਆਪ ਵਾਲੇ ਜਾਂ ਦੂਸਰੀਆਂ ਪਾਰਟੀਆਂ ਵਾਲੇ ਪੋਲੀਟੀਕਲ ਮਾਈਲੇਜ ਦੇ ਵਿੱਚ ਲੈਣੇ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਕੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਆਪੋਜੀਸ਼ਨ ਦਾ ਰੋਲ ਹੀ ਹੈ। ਜੇ ਆਪੋਜੀਸ਼ਨ ਨੂੰ ਨਜ਼ਰ ਆਂਦਾ ਹੈ ਕਿ ਗਵਰਨਮੈਂਟ ਦੀ ਵਰਕਿੰਗ ਦੇ ਵਿੱਚ ਕੁਤਾਹੀ ਹੋਈ ਹੈ, ਬੇਈਮਾਨੀ ਹੋਈ ਹੈ, ਤੇ ਉਹ ਨਹੀਂ ਬੋਲਣਗੇ ਤਾਂ ਹੋਰ ਕੌਣ ਬੋਲੂਗਾ? ਇਹਨੂੰ ਪੋਲੀਟੀਕਲ ਕਹਿੰਦਾ ਕੀ ਮਤਲਬ ਹੈ? ਵਾਹ ਵਾਹ ਕੀ ਬਾਤ। ਜੇ ਨਿਊਜ਼ਪੇਪਰ ਵਾਲੇ ਵੀ ਐਡੀਟੋਰੀਅਲ ਲਿਖ ਸਕਦੇ ਆ ਤਾਂ ਪੋਲੀਟੀਕਲ ਪਾਰਟੀ ਨਹੀਂ ਬੋਲੂ ਤਾਂ ਹੋਰ ਕੌਣ ਬੋਲੂਗਾ? ਹਾਂ ਹੋਰ ਕੌਣ ਐਂਡ ਬਹੁਤ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪੋਪੂਲੇਸ਼ਨ ਹੈ ਸ਼ਡਿਊਲ ਕਾਸਟ ਦੀ। ਜੇ ਪੰਜਾਬ ਦੇ ਵਿੱਚ ਉਹਨਾਂ ਨਾਲ ਵੀ ਧੱਕਾ ਹੋਊਗਾ ਤਾਂ ਬੋਲਣਗੇ ਕਿਉਂ ਨਹੀਂ ਲੋਕ? ਇਹ ਐਕਸਪੈਕਟ ਕਰਨਾ ਕਿ ਲੋਕ ਚੁੱਪ ਰਹਿਣਗੇ, ਮੂੰਹ ਦੇ ਵਿੱਚ ਬੰਟੇ ਪਾ ਲੈਣਗੇ, ਨਹੀਂ, ਲੋਕੀ ਤਾਂ ਛੱਤ ਖੜ ਚੜ ਕੇ ਬੋਲਣਗੇ। ਮੈਂ ਤਾਂ ਸੋਚਦਾ ਘੱਟ ਬੋਲਿਆ, ਇਹ ਪੈਂਡੈਮਿਕ ਚ ਬਚ ਗਏ, ਨਹੀਂ ਤਾਂ ਪੰਜਾਬ ਪੱਧਰ ਦੀ ਐਜੀਟੇਸ਼ਨ ਦਾ ਮੁੱਦਾ ਹੈ। ਹਾਂ ਬਿਲਕੁਲ ਠੀਕ ਹੈ। ਮੈਂ ਇਸ ਕਰਕੇ ਕਿਹਾ ਸੀ, ਸਾਧੂ ਸਿੰਘ ਧਰਮਸੋਤ ਜੀ ਆਪ ਵੀ ਐਸੀ ਕੈਟੇਗਰੀ ਨਾਲ ਸੰਬੰਧਿਤ ਹੈਗੇ ਆ, ਤੇ ਉਹਨਾਂ ਦੀ ਤਾਂ ਹੋਰ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਸੀ ਜੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨਾਂ ਨੂੰ ਇਹ ਮਹਿਕਮਾ ਸੌਂਪਿਆ ਸੀ। ਤੋ ਜਿਹੜੇ ਵੀਕਰ ਸੈਕਸ਼ਨ ਵਾਲੇ ਬੱਚੇ ਵਿਚਾਰੇ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਜਾਂ ਜਿਹੜੇ ਹੋਰ ਕਮਿਊਨਿਟੀਜ਼ ਹੈ, ਉਹਨਾਂ ਦਾ ਉਹ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਉਹਨਾਂ ਨੂੰ ਲੁੱਕ ਆਫਟਰ ਕਰਦੇ, ਉਹਨਾਂ ਨੂੰ ਜੋ
ਕੇਂਦਰ ਦੀ ਗ੍ਰਾਂਟ ਆਈ ਹੈਗੀ, ਆਪਣਾ ਉਹਨਾਂ ਨੂੰ ਦੇ ਕੇ ਤੇ ਆਪਣਾ ਨਾਂ ਤੇ ਸਟੇਟ ਦਾ ਨਾਂ ਉੱਚਾ ਕਰਦੇ, ਜਿਹਦੇ ਵਿੱਚ ਉਹਨਾਂ ਨੇ ਲੱਗਦਾ ਹੈਗਾ ਬੜੀ ਵੱਡੀ ਕੁਤਾਹੀ ਹੋ ਗਈ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਕੋਈ ਡਾਊਟ ਨਹੀਂ ਇਹਦੇ ਬਾਰੇ। ਐਂਡ ਹਲੇ ਹੋਰ ਵੀ ਉੱਠਣਗੇ, ਹਲੇ ਫੋਰੈਸਟ ਡਿਪਾਰਟਮੈਂਟ ਦੇ ਮਸਲੇ ਉੱਠਣ। ਤੁਸੀਂ ਦੇਖਿਓ ਜੂਨੀਅਰ ਬੰਦਿਆਂ ਨੂੰ ਅਨਡਿਜ਼ਰਵਿੰਗ ਪੋਸਟ ਤੇ ਬਿਠਾਇਆ, ਸੀਨੀਅਰ ਨੂੰ ਉਹਦੇ ਸਬੋਰਡੀਨੇਟ ਕੀਤਾ ਹੋਇਆ। ਇਹ ਕਦ ਹੁੰਦਾ ਹੈ? ਇਹ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਹੈ। ਇਸ ਕਿਸਮ ਦੇ ਮਸਲੇ ਉਦੋਂ ਹੁੰਦੇ ਆ ਜਦ ਵਰਕਿੰਗ ਅਬਾਊਟ ਬੋਰਡ ਨਹੀਂ, ਇੱਥੇ ਵੀ ਵਰਕਿੰਗ ਅਬਾਊਟ ਬੋਰਡ ਨਹੀਂ ਲੱਗਦਾ। ਤੇ ਗਵਰਨਮੈਂਟ ਆਫ ਇੰਡੀਆ ਤੋਂ ਜਿੱਥੋਂ ਸਕਾਲਰਸ਼ਿਪ ਆਉਂਦੇ ਆ ਤੇ ਡੈਫੀਨੇਟਲੀ ਉਹ ਵੀ ਰਿਐਕਟ ਕਰਨਗੇ, ਉਹ ਵੀ ਇਨਕੁਆਇਰੀ ਕਰਨਗੇ, ਕਿਉਂਕਿ ਅਗਲਾ ਪੈਸਾ ਤਾਂ ਮਿਲਦਾ ਜਾਂ ਪਹਿਲੇ ਦੀ ਯੂਟਿਲਾਈਜੇਸ਼ਨ ਸਰਟੀਫਿਕੇਟ ਹੁੰਦਾ। ਜੇ ਯੂਟਿਲਾਈਜੇਸ਼ਨ ਸਰਟੀਫਿਕੇਟ ਝੂਠੇ ਹੈ ਫਿਰ ਗਵਰਨਮੈਂਟ ਆਫ ਇੰਡੀਆ ਦਾ ਇੰਟਰਵੀਨ ਕਰਨਾ ਨੈਚੁਰਲ ਹੈ, ਸੁਭਾਵਿਕ ਹੈ, ਕਰਨਗੇ। ਹਾਂਜੀ ਹਾਂਜੀ, ਇਹ ਟਾਂਡਾ ਸਾਹਿਬ ਬੜਾ ਪੁਰਾਣਾ ਕੇਸ ਆ, ਮੇਰੇ ਖਿਆਲ 2018 ਦਾ। ਇਹ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜਾ ਇਹ ਪੈਸਾ ਵੈਸਾ ਆਉਂਦਾ ਹੈਗਾ, ਇਹ ਇਹਨਾਂ ਨੂੰ 1.5-2 ਮਹੀਨੇ ਦੀ ਜਿੰਨੀ ਕੁ ਵੀ ਲਿਮਿਟ ਹੁੰਦੀ ਦੇਣੀ ਚਾਹੀਦੀ ਵੀ ਜੇ ਇਹਦੇ ਵਿੱਚ ਯੂਜ਼ ਕਰ ਲਿਆ ਠੀਕ ਹੈ, ਨਹੀਂ ਤਾਂ ਇਹ ਫੰਡ ਲੈਪਸ ਹੋ ਜਾਏਗਾ। ਤੇ ਜਦੋਂ ਤੁਸੀਂ ਇਹਨਾਂ ਨੂੰ ਫਰੀडम ਦੇ ਦਿਓ, ਫਿਰ ਉਹਦੇ ਤੇ ਪੰਜਾਬੀ 'ਚ ਕਹਿੰਦੇ ਸੱਪ ਵਾਂਗੂ ਉੱਪਰ ਬੈਠ ਕੇ ਬੈਠ ਜਾਂਦੇ ਆਪਣੇ ਇੰਟਰਸਟ ਨਾਲ। ਉਹ ਇਦਾਂ ਦੀ ਇੰਸਟਰਕਸ਼ਨ ਨਹੀਂ ਗਵਰਨਮੈਂਟ ਆਫ ਇੰਡੀਆ ਨੂੰ ਪਾਸ ਆਉਣ ਨਾਲ ਹੀ ਕਰਨੀ ਚਾਹੀਦੀ। ਆਹ ਪੈਸਾ ਭੇਜ ਰਹੇ ਜੇ 1.5 ਮਹੀਨੇ ਵਿੱਚ 2 ਮਹੀਨੇ ਯੂਜ਼ ਹੋ ਗਿਆ, ਨਹੀਂ ਤਾਂ ਇਹ ਤੋਂ ਬਾਅਦ 'ਚ ਜਿਹੜਾ ਆਟੋਮੈਟਿਕਲੀ ਲੈਪਸ ਹੋ ਕੇ ਸਾਡੇ ਕੋਲ ਆ ਜਾਏਗਾ। ਪਰ ਸਰ ਲੈਪਸ ਦੀ ਗੱਲ ਨਹੀਂ ਹੈ, ਉਹ ਅਗਲੀ ਇੰਸਟਾਲਮੈਂਟ ਹੀ ਨਹੀਂ ਦਿੰਦੇ ਜਦ ਪਹਿਲੇ ਦੀ ਯੂਟਿਲਾਈਜੇਸ਼ਨ ਨਹੀਂ ਜਾਂਦੀ। ਸਿਸਟਮ ਤਾਂ ਹੈ, ਯੂਟਿਲਾਈਜੇਸ਼ਨ ਸਾਡੀ ਉਹ ਅਗਲੀ ਇੰਸਟਾਲਮੈਂਟ ਉਹਨਾਂ ਨੇ ਕੇਂਦਰ ਨੇ ਦੇਣੀ ਨਹੀਂ ਹੈਗੀ, ਦੇਣੀ ਨਹੀਂ। ਹੁਣ ਇਹੀ ਚੈਕਸ ਐਂਡ ਬੈਲੈਂਸ ਹੈ, ਬਹੁਤ ਵੱਡਾ ਚੈੱਕ ਐਂਡ ਬੈਲੈਂਸ ਹੈ ਕਿ ਫਰਦਰ ਪੇਮੈਂਟ ਨਹੀਂ ਹੋਊਗੀ ਜਦ ਤੱਕ ਤੁਸੀਂ ਪਾਸਟ ਪੇਮੈਂਟ ਕੀਤੀ ਹੋਈ ਤੇ ਯੂਟਿਲਾਈਜੇਸ਼ਨ ਨਹੀਂ ਹੋਊਗੀ। ਹੁਣ ਯੂਟਿਲਾਈਜੇਸ਼ਨ ਜੇ ਇਸ ਕਿਸਮ ਦੀ ਵੱਢ ਕਰਕੇ ਦੇ ਦੇਣਗੇ, ਉਹ ਤਾਂ ਉਹਨਾਂ ਦੀ ਨਜ਼ਰ 'ਚ ਨਹੀਂ ਆਣਾ। ਆਡਿਟ ਤੈਅ ਕਰਨਾ ਹੈ ਸੂਬੇ ਦੀ ਸਰਕਾਰ ਨੇ, ਏਜੰਸੀ ਹੈ ਜਿਹੜੀ ਇਹ ਸੂਬੇ ਦੀ ਸਰਕਾਰ ਹੈ, ਡਿਸਟ੍ਰੀਬਿਊਸ਼ਨ ਦੀ, ਸੈਂਟਰ ਹੈ ਨਹੀਂ। ਹਾਂਜੀ ਹਾਂਜੀ ਹਾਂਜੀ, ਦੇਖੋ ਇਹਦੇ ਵਿੱਚ ਸੋਧ ਕਰਨ ਦੀ ਲੋੜ ਹੈ, ਸੋਧ ਇਹ ਕਰਨ ਦੀ ਲੋੜ ਹੈ, ਇਹ ਪੈਸਾ ਡਾਇਰੈਕਟ ਬੱਚਿਆਂ ਨੂੰ ਮਿਲਣਾ ਚਾਹੀਦਾ। ਜਿਹੜਾ ਬੱਚਾ ਆ ਰਿਹਾ ਸੀ, ਅੱਜ ਕੱਲ ਆਈਟੀ ਦਾ ਜ਼ਮਾਨਾ ਹੈਗਾ ਟਾਂਡਾ ਸਾਹਿਬ, ਹਰ ਬੱਚੇ ਦਾ ਆਪਣਾ ਅਕਾਊਂਟ ਨੰਬਰ ਹੈ, ਉਹਦਾ ਉਹ ਤੋਂ ਲੈ ਕੇ ਜਿੰਨਾ ਪੈਸਾ ਹੈਗਾ ਉਹ ਸਿੱਧਾ ਉਹਨਾਂ ਦੇ ਅਕਾਊਂਟ ਵਿੱਚ ਪੈ ਜਾਵੇ ਤੇ ਆਪਣੇ ਇਹ ਸਿਰਫ ਇੰਸਟੀਟਿਊਸ਼ਨ ਸਰਟੀਫਿਕੇਟ ਦੇਵੇ ਵੀ ਸਾਡੇ ਕੋਲ ਪੜ੍ਹਦੇ ਹੈਗੇ ਆ। ਇਦਾਂ ਦਾ ਸਿੰਪਲ ਪ੍ਰੋਸੀਜਰ ਨਹੀਂ ਅਡਾਪਟ ਕਰਨਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ। ਇੰਸਟੀਟਿਊਸ਼ਨ ਉਹਨਾਂ ਨੂੰ ਬਿੱਲ ਰੇਜ਼ ਕਰੇ, ਉਹ ਬਿੱਲ ਦੀ ਬਣਾ ਤੇ ਅਪਲਾਈ ਕਰ ਦੇਣ, ਉਹਨਾਂ ਦੇ ਅਕਾਊਂਟ 'ਚ ਪੈਸਾ ਆ ਜਾਵੇ, ਉਹ ਪੈਸਾ ਟ੍ਰਾਂਸਫਰ ਕਰ ਦੇਣ ਇੰਸਟੀਟਿਊਸ਼ਨ। ਇਹਦੀ ਰੂਟਿੰਗ ਡਾਇਰੈਕਟ ਬੱਚੇ ਤੋਂ ਜਾਤੀ ਨਹੀਂ ਕਰੋਗੇ, ਕੁਝ ਤਾਂ ਹੁੰਦਾ ਹੀ ਰਹਿਣਾ। ਇੱਕ ਤਾਂ ਸਮਝ ਲਓ ਕਿ ਅੱਜ ਦੇ ਦਿਨ ਸਾਡੀ ਮੋਰਲ ਵੈਲਿਊਜ਼ ਬਹੁਤ ਡਿੱਗ ਗਈਆਂ, ਸਾਡੇ ਕਰੈਕਟਰ ਬਹੁਤ ਗਿਰ ਗਏ। ਇਹਨੂੰ ਜੇ ਤੁਸੀਂ ਚੈਕਸ ਐਂਡ ਬੈਲੈਂਸ ਨਾਲ ਨਹੀਂ ਕੰਟਰੋਲ ਕਰੋਗੇ ਤੇ ਇਸ ਕਿਸਮ ਦੀਆਂ ਐਬਰੀਵੇਸ਼ਨਸ ਹੁੰਦੀਆਂ ਰਹਿਣਗੀਆਂ। ਇਹ ਹੁਣ ਤੁਸੀਂ ਦੇਖੋ ਜਿਹੜਾ 1,80,000 ਜਿਹੜਾ ਬੱਚਾ ਹੈ, ਲੜਕੇ ਲੜਕੀਆਂ, ਉਹਨਾਂ ਦੀ ਜਿਹੜਾ ਉਹਨਾਂ ਨੂੰ ਪੈਸਾ ਮਿਲਿਆ ਨਹੀਂ ਟਾਈਮ ਸਿਰ, ਉਹਨਾਂ ਨੂੰ ਪੜ੍ਹਾਈ ਬੰਦ ਕਰਨੀ ਪਈ ਹੈਗੀ। ਕੋਈ 3 ਲੱਖ ਬੱਚੇ ਅਫੈਕਟ ਹੋਏ, ਜਿਹੜੇ ਗਰੀਬ ਮਾਂ ਬਾਪ ਦੇ ਬੱਚੇ ਹੈਗੇ ਆ, ਤੇ ਉਹ ਵਿਚਾਰਿਆਂ ਦਾ ਜਿਹੜੀ ਇੱਕ ਕੇਂਦਰ ਵੱਲੋਂ ਐਡੀ ਵਧੀਆ ਸਕੀਮ ਚਲਾਈ ਸੀ, ਉਹਨਾਂ ਦਾ ਤਾਂ ਫਿਰ ਫਿਊਚਰ ਤੁਸੀਂ ਡਰ ਕਰ ਦਿੱਤਾ ਹੈਗਾ ਇਸ ਆਪਣੇ ਗਲਤ ਮੋਟਿਵ ਨਾਲ। ਬਿਲਕੁਲ ਠੀਕ ਹੈ, ਇਹ ਕਰਪਸ਼ਨ ਕਰਨੀ ਤਾਂ ਇੱਕ ਪਾਸੇ ਛੱਡ ਦਿੱਤੀ। ਹਾਂਜੀ, ਤੁਸੀਂ ਬੱਚਿਆਂ ਦੀ ਲਾਈਫ ਦੇ ਨਾਲ ਖਿਲਵਾੜ ਕੀਤਾ ਹੈ। ਇੰਨੇ ਹਿਊਜ ਨੰਬਰ ਬੱਚੇ ਹੈ ਜਿਨ੍ਹਾਂ ਨੂੰ ਤੁਸੀਂ ਫਿਊਚਰ ਦੇ ਉੱਤੇ ਕੁਐਸਚਨ ਮਾਰਕ ਲਗਾਇਆ। ਮੈਂ ਸਮਝਦਾ ਇਹ ਅਨਪਾਰਡਨੇਬਲ ਐਕਟ ਹੈ, ਜਿਹਨੇ ਵੀ ਹਾਂਜੀ। ਇੱਕ ਜਿਹੜੀਆਂ ਇੰਸਟੀਟਿਊਸ਼ਨਾਂ ਵੀ ਜਿਵੇਂ ਬਹੁਤ ਸਾਰੀਆਂ, ਇੱਕ ਮੈਂ ਚੈਨਲ ਤੇ ਦੇਖ ਰਿਹਾ ਸੀ ਕੁਝ, ਜਿੰਨੀ ਕਿ ਡਿਟੇਲ ਲੀਕ ਆਪਣੇ ਇਨਫੋਰਮੇਸ਼ਨ ਆਈ ਹੈਗੀ ਆ, ਜਿਹੜੀਆਂ ਚੈਨਲਾਂ ਨੇ ਵੀ ਕਿਸੇ ਆਪਣੇ ਇੰਸਟੀਟਿਊਸ਼ਨਾਂ ਨੇ ਵੀ ਕਿਸੇ ਤੇ 80 ਲੱਖ ਜਾਂ ਕਿਸੇ ਦੇ 1.5 ਕਰੋੜ, ਕਈਆਂ ਨੇ ਡਬਲ ਬਿਲਿੰਗ ਕੀਤੀ ਹੈਗੀ। ਉਹਨਾਂ ਤੇ ਇੰਸਟੀਟਿਊਸ਼ਨਾਂ ਤੇ ਨਹੀਂ ਕਾਰਵਾਈ ਹੋਣੀ ਚਾਹੀਦੀ, ਇੰਸਟੀਟਿਊਸ਼ਨਾਂ ਬੰਦ ਹੋਣੀਆਂ ਚਾਹੀਦੀਆਂ ਤਾਂ ਕਿ ਪਤਾ ਲੱਗੇ ਬਾਕੀ ਇੰਸਟੀਟਿਊਸ਼ਨਾਂ ਨੂੰ। ਜੇ ਫਿਰ ਅਸੀਂ ਗਲਤ ਕੰਮ ਕਰਾਂਗੇ ਵੀ ਸਾਡੀ ਇੰਸਟੀਟਿਊਸ਼ਨ ਵੀ ਬੰਦ ਹੋ ਸਕਦੀ ਹੈਗੀ। ਪਿੱਛੇ ਤੁਹਾਨੂੰ ਯਾਦ ਹੋਣਾ ਹਿਮਾਚਲ 'ਚ ਵੀ ਇਹ ਮੇਰੇ ਖਿਆਲ 62 ਕਰੋੜ ਦਾ ਇੱਦਾਂ ਦਾ ਕੋਈ, ਉੱਥੇ ਵੀ ਜਿਹੜਾ ਹੈਗਾ ਵਿਜੀਲੈਂਸ ਨੂੰ ਉਹਨਾਂ ਨੇ ਹੈਂਡ ਓਵਰ ਕੀਤਾ। ਸੇਮ ਕੇਸ ਹੈਗਾ ਹਿਮਾਚਲ ਗੌਰਮੈਂਟ ਦਾ। ਨਹੀਂ, ਬਿਲਕੁਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਹਾਂਜੀ ਹਾਂਜੀ, ਇਹਦੀ ਐਗਜ਼ੈਂਪਲਰੀ ਪ੍ਰੋਸੈਸ ਆਫ ਲਾਅ ਹੋ ਕੇ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ, ਕੋਈ ਬਚ ਨਾ ਸਕੇ ਇਸ ਇਸ਼ੂ ਵਿੱਚ। ਇਹ ਬੜਾ ਸੀਰੀਅਸ ਇਸ਼ੂ ਹੈ। ਹਾਂਜੀ, ਐਂਡ
ਇਹਦੇ ਰਿਪਲਸ ਬਹੁਤ ਦੂਰ ਤੇ ਜਾਣਗੇ, ਇਹ ਹਾਂਜੀ। ਰੁਕਣ ਵਾਲੇ ਨਹੀਂ। ਹਾਂਜੀ ਹਾਂਜੀ। ਇੱਕ ਉਹ ਕੱਲ ਪੇਪਰ ਵਿੱਚ ਆਇਆ ਸੀ ਪੂਰੀ ਰਿਪੋਰਟ, ਉਹ ਜਿਹੜਾ ਡਿਪਟੀ ਡਾਇਰੈਕਟਰ ਸੀ ਪਰਮਿੰਦਰ ਸਿੰਘ, ਉਹਦਾ ਤਾਂ ਜਦੋਂ ਇਹਨਾਂ ਨੇ ਇੱਕ ਪੇਪਰ 'ਚ ਪੂਰੀ ਰਿਪੋਰਟ ਆਈ ਹੈਗੀ, ਉਹ ਤਾਂ ਆਪਣੇ ਆਪ ਨੂੰ ਸੁਪਰ ਬੋਸ ਸਮਝਦਾ ਸੀ। ਉਹ ਜਿਹੜੇ ਬਾਕੀ, ਕਿਉਂਕਿ ਉਹ ਮੰਤਰੀ ਦੇ ਲਾਗੇ ਬਹੁਤ ਸੀ, ਬਾਕੀ ਜਿਹੜੇ ਬੰਦੇ ਆ ਤੇ ਉਹ ਤੋਂ ਤਾਂ ਤਰ੍ਹਾਂ ਕੰਬਦੇ ਸੀ ਵਿਚਾਰੇ ਤੋਂ। ਉਹਦੇ ਬਸ ਮੂੰਹੋਂ ਨਿਕਲਿਆ ਨਹੀਂ ਤੇ ਉਹ ਕੰਮ ਹੋਇਆ ਨਹੀਂ ਹੈਗਾ। ਮਤਲਬ ਇਹ ਵੀ ਕਾਹਦੀ ਡਿਕਟੇਟਰਸ਼ਿਪ ਹੋ ਗਈ ਹੈਗੀ, ਇੱਕ ਪੋਲੀਟੀਕਲੀ ਇਲੈਕਟਡ ਗਵਰਨਮੈਂਟ ਦੀ ਵਰਕਿੰਗ ਇੱਦਾਂ ਹੋਵੇ, ਉਹ ਬਹੁਤ ਮਤਲਬ ਮਾੜੀ ਗੱਲ ਹੈ ਇਸ ਸੰਬੰਧ ਵਿੱਚ। ਕੱਲੀ ਡਿਕਟੇਟਰਸ਼ਿਪ ਨਹੀਂ ਜੀ, ਇਹਨਾਂ ਨੂੰ ਫਰੀडम ਦਿੱਤੀ ਹੋਈ ਸੀਗੀ ਕਿ ਇਹ ਸ਼ਰੇਆਮ ਜੋ ਮਰਜ਼ੀ ਕਰਨ। ਉਹਦੇ ਇਲਾਵਾ ਤੁਸੀਂ ਇਹ ਵੀ ਦੇਖੋਗੇ ਬਾਅਦ ਦੇ ਵਿੱਚ ਜਦ ਅੱਗੇ ਆਉਣਗੇ ਹਾਲਾਤ, ਇਹਨਾਂ ਨੂੰ ਲਗਾਇਆ ਕਿਵੇਂ ਸੀ, ਦੂਸਰੇ ਸਿਸਟਮ ਨੂੰ ਬਾਈਪਾਸ ਕਿਵੇਂ ਕੀਤਾ ਸੀ, ਜਿਹੜਾ ਰੈਗੂਲਰ ਚੈਨਲ ਹੈ ਉਹਨੂੰ ਕੱਟ ਕੇ ਇਹਨਾਂ ਦੇ ਥਰੂ ਰੂਟ ਕੀਤਾ ਸੀਗਾ, ਇਹਨਾਂ ਦੀ ਅਪੁਆਇੰਟਮੈਂਟ ਕਿਵੇਂ ਹੋਈ ਇਸ ਅਫਸਰ ਦੀ। ਇੱਥੇ ਬੜੀਆਂ ਗੱਲਾਂ ਸਾਹਮਣੇ ਆਉਂਦੀਆਂ, ਤੇ ਤੁਸੀਂ ਜਦ ਇਹਨੂੰ ਖੁੱਲਣ ਦਿਓ, ਖੁੱਲੇ ਤਾਂ ਇੱਕ ਚੀਜ਼ ਬਾਹਰ। ਹਾਂਜੀ। ਇਹ ਸਾਧੂ ਸਿੰਘ ਧਰਮਸੋਤ ਜੀ ਇਹ ਪਲੀ ਲੈਂਦੇ ਆ, ਇਹ ਜਿਹੜਾ ACS ਐਡੀਸ਼ਨਲ ਚੀਫ ਸੈਕਟਰੀ ਮੇਰੇ ਨਾਲ ਪਹਿਲਾਂ ਤੋਂ ਲੱਗਦਾ ਸੀ। ਤੇ ਦੇਖੋ ਕੋਈ ਵੀ ਆਫਿਸਰ ਜਿਹਨੇ ਆਪਣੇ ਸਿਗਨੇਚਰ ਥੱਲੇ ਕੋਈ ਰਿਪੋਰਟ ਦੇਣੀ, ਆਈ ਡੋਂਟ ਥਿੰਕ ਵੀ ਉਹਦੇ ਵਿੱਚ ਇੱਕ ਪੈਸਾ ਵੀ ਇੱਧਰ ਉੱਧਰ ਜਾਂ ਬਾਇਸਡ ਓਪੀਨੀਅਨ ਰੱਖ ਕੇ ਕਰ ਸਕਦਾ ਹੈਗਾ। ਉਹਦੀ ਰਿਪੋਰਟ ਦੀ ਅਥੈਂਟਿਸਿਟੀ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਨਹੀਂ ਸਮਝਦਾ ਜੀ ਕਿ ਇੱਕ IAS ਅਫਸਰ ਦੀ ਰਿਪੋਰਟ ਹੈ ਜਿਹੜੀ ਉਹ ਵਿਦਆਊਟ ਬੇਸਿਸ। ਹਾਂਜੀ ਹਾਂਜੀ। ਐਂਡ ਇਹ ਆਫਿਸਰ ਦੀ ਰੈਪੂਟੇਸ਼ਨ ਬਹੁਤ ਅੱਛੀ ਰੈਪੂਟੇਸ਼ਨ। ਹਾਂਜੀ ਹਾਂਜੀ ਹਾਂਜੀ। ਐਂਡ ਸਿੰਪਲੀ ਇਸ ਕਰਕੇ ਕਹਿ ਦੇਣਾ ਮੇਰੇ ਨਾਲ ਲੱਗਦੀ ਹੈ, ਲੱਗਣ ਕਰਕੇ ਕੋਈ ਅਫਸਰ ਦੀ ਹਿੰਮਤ ਨਹੀਂ ਹੈ ਕਿ ਰੂਲਿੰਗ ਪਾਰਟੀ ਦੇ ਮਿਨਿਸਟਰ ਦੇ ਅਗੇਂਸਟ ਲਿਖੇ। ਬਿਲਕੁਲ ਬਿਲਕੁਲ। ਇਹ ਬੜੇ ਗਲੇਅਰਿੰਗ ਤੱਥ ਹੋਣਗੇ, ਇਸੇ ਕਰਕੇ ਉਹਨਾਂ ਨੇ ਲਿਖਿਆ। ਜੇ ਮਾੜੇ ਮੋਟੇ ਹੁੰਦੇ ਤਾਂ ਸ਼ਾਇਦ ਇਹ ਅੱਖ ਮੀਚ ਲੈਂਦਾ, ਇਗਨੋਰ ਕਰ। ਹਾਂਜੀ ਹਾਂਜੀ। ਇਹਦੇ ਚ ਬਹੁਤ ਵੱਡੀਆਂ ਕੁਤਾਹੀਆਂ ਹੋਣੀਆਂ, ਇਸੇ ਕਰਕੇ ਉਹਨਾਂ ਨੇ ਰਿਪੋਰਟ ਕੀਤੀ। ਹਾਂਜੀ। ਇਹ ਹੁਣ ਦੇਖੋ, ਮੈਡਮ ਹਰਸਿਮਰਤ ਬਾਦਲ ਨੇ ਇਹ ਦਿੱਲੀ ਜਿਹੜਾ ਹੈਗਾ ਕੈਬਨਿਟ ਮੰਤਰੀ ਨੂੰ ਲਿਖਿਆ, ਉਹਨਾਂ ਨੇ 2 ਜਿਹੜੇ ਸੈਕਟਰੀ ਲੈਵਲ, ਜੁਆਇੰਟ ਸੈਕਟਰੀ ਲੈਵਲ ਆਫਿਸਰ, ਉਹਨਾਂ ਦੀ ਵੀ ਕਰ ਲਏ। ਕੈਪਟਨ ਅਮਰਿੰਦਰ ਜੀ ਕਹਿੰਦੇ ਸਾਡੇ ਫੈਡਰਲ ਢਾਂਚੇ ਤੇ ਉਹ ਹਮਲਾ ਹੈਗਾ। ਇਹਨੂੰ ਹਮਲਾ ਸਮਝਦੇ ਕਿ ਨਹੀਂ, ਕਿ ਕੇਂਦਰ ਦਾ ਇਹ ਰਾਈਟ ਹੈ ਜਿੱਥੇ ਉਹਦੀ ਕੋਈ ਲੱਗਦਾ ਵੀ ਮਿਸ ਅਪਰੋਪਰੀਏਸ਼ਨ ਹੋਈ ਫੰਡ ਦੀ, ਉਹਦੇ ਬਾਰੇ ਇਨਕੁਆਇਰੀ ਕਰਨ ਦੀ। ਫੈਡਰਲ ਸਟਰਕਚਰ ਦੇ ਵਿੱਚ ਇੰਟਰਫੀਰੈਂਸ ਤਾਂ ਹੈ ਜੇ ਗਵਰਨਮੈਂਟ ਆਫ ਇੰਡੀਆ ਦੀ ਡਿਸਟ੍ਰੀਬਿਊਸ਼ਨ ਦੇ ਵਿੱਚ ਆ ਕੇ ਰੋਲ ਪਲੇ ਕਰੇ। ਜਦ ਪੈਸੇ ਦਿੱਤੇ ਵੈਪੋਰੇਟ ਹੋ ਗਏ, ਉਹਦੀ ਇਨਕੁਆਇਰੀ ਕਰਨ ਚ ਫੈਡਰਲ ਸਟਰਕਚਰ ਦਾ ਕੋਈ ਗੱਲ ਨਹੀਂ ਹੈ। ਤਾਂ ਇੱਕ ਬਣਾਇਆ ਜਾ ਰਹੀ ਹੈ ਡਿਫੈਂਸ, ਢਾਲ ਬਣਾਈ ਜਾ ਰਹੀ ਹੈ। ਹਰ ਚੀਜ਼ ਨੂੰ ਅਟੈਕ ਕਰ ਦੇਣਾ ਕਿ ਫੈਡਰਲ ਸਟਰਕਚਰ ਦੇ ਵਿੱਚ ਹਮਲਾ ਹੈ, ਇਹ ਮੈਂ ਨਹੀਂ ਸਮਝਦਾ ਇਹ ਬਹੁਤੀ ਅੱਛੀ ਡਿਫੈਂਸ ਹੈਗੀ। ਠੀਕ ਹੈ ਕੈਪਟਨ ਸਾਹਿਬ, ਦੇਖੋ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵਿਨੀ ਮਹਾਜਨ ਨੂੰ, ਚੀਫ ਸੈਕਟਰੀ ਨੂੰ ਇਨਕੁਆਇਰੀ ਦਿੱਤੀ ਹੈਗੀ ਆ। ਦੇਖੋ ਚੀਫ ਸੈਕਟਰੀ ਵੀ ਓਵਰਆਲ ਗਵਰਨਮੈਂਟ ਦੇ ਡਾਇਰੈਕਸ਼ਨ ਦੇ ਅੰਡਰ ਹੀ ਕੰਮ ਕਰਦਾ ਹੈਗਾ। ਉਹ ਹੁਣ ਪਤਾ ਨਹੀਂ ਕੀ ਇੱਦਾਂ ਦੀ ਰਿਪੋਰਟ ਦੇ ਸਕਣਗੇ ਕੁਝ, ਕੀ ਇਹਦੇ ਬਾਰੇ ਓਪੀਨੀਅਨ ਹੈ ਤੁਹਾਡਾ? ਸਹੀ ਜਸਟਿਸ ਮਿਲ ਪਾਏਗਾ ਵੀਕਰ ਸੈਕਸ਼ਨ ਦੇ ਸਟੂਡੈਂਟਸ ਨੂੰ, ਜਾਂ ਖੁਰਦ-ਬੁਰਦ ਹੋ ਜਾਏਗਾ ਕੰਮ? ਕਿਤੇ ਨਾ ਕਿਤੇ ਇਹ ਗਵਰਨਮੈਂਟ ਦੀ ਫਾਇਰ ਫਾਈਟਿੰਗ ਨਜ਼ਰ ਆਉਂਦੀ ਹੈ। ਅੱਛਾ ਜੀ। ਐਂਡ ਜੇ ਗਲੇਅਰਿੰਗ ਤੱਥ ਹੋਣਗੇ ਉਹਨੂੰ ਲੁਕਾਉਣਾ ਔਖਾ ਹੋਵੇਗਾ। ਅੱਛਾ ਅੱਛਾ। ਇੱਕ ਚੀਫ ਸੈਕਟਰੀ ਲੈਵਲ ਦੇ ਆਫਿਸਰ ਨੂੰ ਵੀ ਇਗਨੋਰ ਕਰਨਾ ਔਖਾ ਹੋ ਜਾਏਗਾ। ਉਹ ਬੜਾ ਮੁਸ਼ਕਲ ਹੋਏਗਾ। ਤੁਹਾਡੇ ਸਾਹਮਣੇ ਹੀ ਉਹ ਫੈਕਟਸ ਅਗੇਂਸਟ ਬੋਲਦੇ, ਉਹ ਕਿੱਥੋਂ ਕਰ ਲਏਗਾ? ਪਰ ਉਹਨੂੰ ਡਿਲੂਟ ਕਰਨਾ, ਉਹਦੇ ਚ ਕੀੜੇ ਪਾਉਣਗੇ, ਕਹਿ ਦੇਣਗੇ ਕਿਤੇ ਡਾਇਰੈਕਟ ਮੰਤਰੀ ਦੀ ਇਨਵੋਲਵਮੈਂਟ ਨਹੀਂ ਹੈ, ਸਾਰਾ ਨਜ਼ਲਾ ਕਿਸੇ ਹੋਰ ਤੇ ਸੁੱਟ ਦੇਣਗੇ। ਇਸ ਕਿਸਮ ਦੀ ਕਫੈਤ ਹੁੰਦੀ ਹੋਈ ਹੁੰਦੀ ਹੈ, ਪਾਸਟ ਚ ਵੀ ਹੁੰਦੀ ਰਹੀ। ਹਾਂਜੀ ਹਾਂਜੀ। ਹੁਣ ਕੈਪਟਨ ਸਾਹਿਬ ਨੇ ਡਿਫੈਂਸ ਵੀ ਲਈ ਹੈ ਕਿ ਜਿਹੜੀ ਪ੍ਰੋਸੀਜਰ ਹੈ ਜਾਂ ਮਿਨਿਸਟਰ ਦੇ ਅਗੇਂਸਟ ਲੈਣਾ ਹੋਵੇ ਤਾਂ ਚੀਫ ਸੈਕਟਰੀ ਤੋਂ ਕਰਾਣੀ ਇਨਕੁਆਇਰੀ ਜ਼ਰੂਰੀ ਹੁੰਦੀ ਹੈ। ਹਾਂਜੀ ਹਾਂਜੀ। ਜਦ ਪੁਲਿਸ ਵਾਲਿਆਂ ਨੂੰ ਡਿਸਮਿਸ ਕਰਦੇ ਹੋ ਕੀ ਪ੍ਰੋਸੀਜਰ ਹੁੰਦਾ? ਹਾਂਜੀ। 4 ਹੁਣ ਕੀਤੇ ਆ ਡਿਸਮਿਸ, ਉਹ ਅਨਫੋਰਚੂਨੇਟ ਆ ਮਰਡਰ ਹੋਇਆ। ਹਾਂਜੀ ਹਾਂਜੀ। ਉਹਨਾਂ ਦੀ ਦਲੀਲ ਨਹੀਂ, ਉਹਨਾਂ ਨੂੰ ਸੁਣਿਆ ਨਹੀਂ, ਚੱਕ ਕੇ ਡਿਸਮਿਸ ਕਰਕੇ ਉਹ ਮਾਰਿਆ। ਐਲੀਗੇਸ਼ਨ ਹੈ ਕਿ ਇੱਕੋ ਲੇਡੀ ਨੂੰ ਉਹਨਾਂ ਨੇ ਘੇਰਿਆ, ਉਹਦੇ ਬਾਅਦ ਲੇਡੀ ਨੇ ਆਪਣੇ ਭਰਾ ਨੂੰ ਬੁਲਾਇਆ, ਭਰਾ 20 ਬੰਦੇ ਆਏ, ਉਹ 20 ਬੰਦੇ ਆ ਕੇ ਰਿਕੁਐਸਟ ਤਾਂ ਨਹੀਂ ਕਰਦੇ ਹੋਣੇ, ਲੜਦੇ ਹੀ ਹੋਣੇ, ਉਹਨਾਂ ਨਾਲ ਹੱਥੋਂ ਪਾਈ ਹੋਏ ਹੋਣੇ, ਹੱਥੋਂ ਪਾਈ ਦੇ ਵਿੱਚ ਪਿਸਟਲ ਚੱਲਿਆ ਹੋਣਾ, ਗੋਡ ਨੋਸ ਕੀ ਹਾਲਾਤ।
ਪਰ ਉੱਥੇ ਤੁਸੀਂ ਇੰਨਾ ਸਟ੍ਰਿਕਟ ਐਕਸ਼ਨ ਲੈ ਲੈਂਦੇ ਹੋ ਜਿੱਥੇ ਬੰਦੇ ਛੋਟੇ ਨੇ, ਜਿੱਥੇ ਬੰਦੇ ਬੜੇ ਆ ਉੱਥੇ ਤੁਸੀਂ ਲਿੰਗਰ ਆਨ ਕਰਦੇ ਹੋ। ਇਹ ਕਿਸ ਕਿਸਮ ਦੇ ਦੋ ਕਾਨੂੰਨ ਹੋ ਗਏ? ਇਹਦੇ ਤੇ ਤਾਂ ਇੰਨਾ ਸੀਰੀਅਸ ਇੰਪਲੀਕੇਸ਼ਨ ਹੈ। ਗਵਰਨਮੈਂਟ ਨੂੰ ਤਾਂ ਇੱਕਦਮ ਹਰਕਤ ਚ ਆ ਜਾਣਾ ਚਾਹੀਦਾ ਸੀ। ਕੈਪਟਨ ਸਾਹਿਬ ਨੂੰ ਮੋਰਲ ਗਰਾਊਂਡ ਤੇ ਇਸਤੀਫਾ ਲੈ ਲੈਣਾ ਚਾਹੀਦਾ ਸੀ ਸਾਬਿਤ ਸਿੰਘ। ਇਹ ਮਿਨਿਸਟਰ ਜਿਹੜੇ ਕੰਸਰਨਡ ਆ ਧਰਮਸੋਤ, ਸਾਧੂ ਸਿੰਘ ਧਰਮਸੋਤ, ਇਹਨਾਂ ਨੂੰ ਜਿਹੜਾ ਇਹ ਮਹਿਕਮਾ ਆ ਵਲੰਟਰਲੀ ਮੁੱਖ ਮੰਤਰੀ ਨੂੰ ਕਹਿਣਾ ਚਾਹੀਦਾ ਵੀ ਜਿੰਨੀ ਦੇਰ ਇਨਕੁਆਇਰੀ ਨਹੀਂ ਹੋ ਜਾਂਦੀ ਵੀ ਮੈਂ ਵਲੰਟਰਲੀ ਮੈਂ ਇਹ ਮਹਿਕਮਾ ਛੱਡਦਾ ਹੈਗਾ, ਵੀ ਲੈਟ ਇਨਕੁਆਇਰੀ ਕਮੇਟੀ ਉਹਦੀ ਰਿਪੋਰਟ ਕੰਮ, ਜੇ ਮੈਂ ਉਹ 'ਚੋਂ ਠੀਕ ਠਾਕ ਨਿਕਲ ਗਿਆ ਫਿਰ ਮੈਂ ਇਹਨੂੰ ਮਹਿਕਮੇ ਨੂੰ ਫਿਰ ਹੈਂਡਲ ਕਰਾਂਗੇ। ਤਾਂ ਇਹਦੇ ਨਾਲ ਇਹਨਾਂ ਦੀ ਗ੍ਰੇਸ ਜਾਂ ਵੱਧਦੀ ਹੈ। ਦੇਖੋ ਮੰਤਰੀ ਤੇ ਵੀ ਇੱਕਦਮ ਸਿੱਧਾ ਉਹਨੂੰ ਕਹਿ ਦੇਣਾ ਉਹ ਗਿਲਟੀ ਹੈ, ਇਹ ਵੀ ਵਾਜਿਬ ਨਹੀਂ ਹੋਊਗਾ। ਉਹੀ ਮਤਲਬ ਹੈ। ਹਾਂਜੀ, ਪ੍ਰਾਮਾ ਫੈਸ਼ੀ ਐਲੀਗੇਸ਼ਨ ਹੈ, ਬੜੀ ਸੀਰੀਅਸ ਐਲੀਗੇਸ਼ਨ ਹੈ। ਮੰਤਰੀ ਜੀ ਜੇ ਮੰਨਦਾਰ ਹੈ ਵੋਲੰਟਰੀਲੀ ਛੱਡ ਦੇਣਾ, ਮੈਂ ਐਗਰੀ ਕਰਦਾ ਤੁਹਾਨੂੰ। ਜੇ ਨਹੀਂ ਛੱਡਦੇ ਕੈਪਟਨ ਸਾਹਿਬ ਨੂੰ ਮਹਿਕਮਾ ਕਿਸੇ ਹੋਰ ਨੂੰ ਦੇ ਦੇਣਾ ਚਾਹੀਦਾ ਸੀ। ਹਾਂਜੀ ਹਾਂਜੀ, ਇਹ ਮੰਤਰੀ ਸਾਹਿਬ ਇਨਫਲੂਐਂਸ ਵੀ ਕਰ ਸਕਦੇ ਇਨਕੁਆਰੀ ਨੂੰ, ਜੇ ਉਹ ਕਾਗਜ਼ ਪੱਤਰ ਪਏ, ਜੇ ਉਹ ਕਰਕੇ ਅਜੇ ਟਾਈਮ ਲੱਗਾ ਹੈ। ਵੈਸੇ ਤਾਂ ਬਹੁਤ ਕੁਝ ਹੋ ਜਾਂਦਾ ਹੈਗਾ ਇਨਕੁਆਰੀਆਂ ਵਿੱਚ। ਹਾਂਜੀ, ਛੱਡਣਗੇ ਉਹ ਇਨਫਲੂਐਂਸ ਕਰਨ? ਹਾਂਜੀ, ਇਨਫਲੂਐਂਸ ਕਰਨ ਦੀ ਕਸਰ ਤਾਂ ਨਹੀਂ ਛੱਡਣਗੇ। ਹੁੰਦਾ ਕਿ ਨਹੀਂ ਹੁੰਦਾ? ਕਿੰਨਾ ਕਿੰਨਾ ਕਰ ਪਾਉਂਦੇ ਜਾਂ ਨਹੀਂ ਹੈਗਾ ਉਹ ਜੁਦੀ ਗੱਲ ਹੈਗੀ ਹੈ। ਹਾਂ, ਅੱਛਾ ਚਲੋ ਇੱਕ ਦੋ ਲਾਸਟ ਵਿੱਚ ਕੁਐਸਚਨ ਹੋਰ। ਇਹ ਜਿਹੜੇ ਵੱਖ-ਵੱਖ ਜਿਹੜੀ ਰੂਲਿੰਗ ਪਾਰਟੀ ਇਹ ਕਹਿੰਦੇ ਆ ਵੀ ਜਿਹੜੇ ਧਰਨੇ ਦੇ ਰਹੇ ਹੈਗੇ, ਤੁਸੀਂ ਤਾਂ ਵੈਸੇ ਪਹਿਲਾਂ ਜਵਾਬ ਦੇ ਦਿੱਤਾ ਸੀ, ਉਹ ਹੁਣ ਉਹਨਾਂ ਦਾ ਕੰਮ ਤਾਂ ਇਹੋ ਹੀ ਹੈਗਾ, ਇਹ ਧਰਨੇ ਕੰਟੀਨਿਊ ਰਹਿਣਗੇ ਕਿ ਜਿੰਨੀ ਦੇਰ ਇਨਕੁਆਇਰੀ ਨਹੀਂ ਹੁੰਦੀ, ਕਿ ਜਾਂ ਇਹ ਬੰਦ ਹੋ ਜਾਣਗੇ ਵੱਖ-ਵੱਖ ਪਾਰਟੀਆਂ ਵੱਲੋਂ, ਜਾਂ ਬੰਦ ਹੋਣੇ ਚਾਹੀਦੇ ਹੈਗੇ? ਦੇਖੋ ਜੀ, ਪੋਲੀਟੀਕਲ ਇਸ਼ੂ ਹੈ, ਉਹਦੇ ਤੇ ਪੋਲੀਟੀਕਲ ਐਕਟੀਵਿਟੀ ਤਾਂ ਹੋਊਗੀ, ਕੌਣ ਰੋਕੂਗਾ? ਹਾਂਜੀ ਹਾਂਜੀ, ਬਿਲਕੁਲ ਵਾਜਿਬ ਹੈ। ਕਿਉਂ ਨਹੀਂ ਕਰਨਗੇ ਲੋਕ? ਕਿਉਂ ਨੂੰ ਹਾਈਲਾਈਟ ਨਹੀਂ ਕਰਨਗੇ? ਹਾਂਜੀ ਹਾਂਜੀ, ਮੈਨੂੰ ਦੱਸੋ, ਕੈਪਟਨ ਸਾਹਿਬ ਨੂੰ ਕਹੋ ਕਿ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਸੀ, ਇਹਨਾਂ ਦੇ ਕੀ ਰੋਲ ਹੁੰਦੇ ਸੀ ਉਸ ਗਵਰਨਮੈਂਟ ਦੀਆਂ ਕੁਤਾਹੀਆਂ 'ਚ? ਹਾਂ ਬਿਲਕੁਲ। ਕੋਈ ਐਲੀਗੇਸ਼ਨ ਆਉਂਦੀ ਸੀ, ਕਿਸ ਤਰ੍ਹਾਂ ਰੋਡਸ ਤੇ ਆਉਂਦੇ ਸੀ, ਸੜਕਾਂ ਤੇ ਆਉਂਦੇ ਸੀ, ਕਿਤੇ ਫਾਇਰਿੰਗ ਹੋ ਕੇ ਮਰ ਗਿਆ, ਕਿਤੇ ਕੋਈ ਹੋਰ ਲੜਾਈ ਹੋ ਗਈ, ਸੋਸ਼ਲ ਇਸ਼ੂਜ਼ ਆ ਗਏ। ਇਹ ਪੋਲੀਟੀਕਲ ਪਾਰਟੀ ਦਾ ਰਾਈਟ ਹੈ ਕਿ ਆਪਣੇ ਐਜੀਟੇਟ ਕਰਨਾ ਇਸ਼ੂਜ਼ ਤੇ, ਡੈਮੋਕ੍ਰੈਟਿਕ ਰਾਈਟ ਹੈ। ਤੁਸੀਂ ਆਪਣੀ ਸਲੇਟ ਸਾਫ਼ ਰੱਖੋ। ਇੱਕ ਜਦੋਂ ਲਾਸਟ ਵਿੱਚ ਸਵਾਲ ਆ, ਮੰਨ ਲਓ ਇਹ ਇਨਕੁਆਇਰੀ ਵੀ ਹੋ ਜਾਂਦੀ ਆ, ਕੋਈ ਸਹੀ ਆ ਕੋਈ ਗਲਤ, ਉਹ ਤਾਂ ਚਲੋ ਉਹਦੀ ਗੱਲ ਹੈਗੀ, ਪਰ ਇਹ ਜਿਹੜਾ 1,80,000 ਜਿਹੜਾ SC ST ਕੈਟੇਗਰੀ ਦਾ ਗਰੀਬ ਬੱਚੇ ਆ, ਉਹਨਾਂ ਦਾ ਫਿਊਚਰ ਡਾਰਕ ਹੋਇਆ ਹੈਗਾ, ਉਹਨਾਂ ਲਈ ਕੌਣ ਜ਼ਿੰਮੇਵਾਰ ਆ? ਉਹ ਜਿਹਨਾਂ ਦੀ ਬ੍ਰੇਕ ਉਹਦਾ ਲੱਗੇ ਕਿ ਨਹੀਂ ਵਿਚਾਰਿਆਂ ਦੀ? ਉਹਦੀ ਜ਼ਿੰਮੇਵਾਰ ਕੱਲਾ ਸਾਧੂ ਸਿੰਘ ਨਹੀਂ ਹੈ, ਪੂਰੀ ਗਵਰਨਮੈਂਟ ਹੈ। ਹਾਂਜੀ, ਪੂਰੀ ਐਡਮਿਨਿਸਟ੍ਰੇਸ਼ਨ ਹੈ। ਹਾਂਜੀ, ਦੇ ਆਰ ਰਿਸਪੌਂਸਿਬਲ। ਇਹਨਾਂ ਦੇ ਚੈਕਸ ਐਂਡ ਬੈਲੈਂਸ ਕਿੱਥੇ ਹੈ? ਹਾਂਜੀ, ਇਹ ਪੈਸਾ ਸਾਈਫਨ ਆਫ ਹੋਇਆ। ਤੁਸੀਂ ਇਹ ਦੇਖੋ, ਇੱਕ ਤਾਂ ਇਹ ਸਾਈਫਨ ਆਫ ਹੋਇਆ ਪੈਸਾ, ਇੱਕ ਜਿਹੜੇ ਜੈਨੂਅਨ ਆ ਉਹਨਾਂ ਨੂੰ ਮਿਲਿਆ ਨਹੀਂ। ਹਾਂਜੀ 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 ਹਾਂਜੀ, ਕਈ ਇੰਸਟੀਟਿਊਸ਼ਨ ਇਹੋ ਜਿਹੀਆਂ ਜਿਨ੍ਹਾਂ ਦੇ ਕਲੇਮਸ ਪੈਂਡਿੰਗ ਪਏ ਹੈ। ਹਾਂਜੀ, ਜਦ ਪੈਸਾ ਬਿਨਾਂ ਕੱਟਦੇ ਤੁਸੀਂ ਦੇਣਾ ਹੀ ਨਹੀਂ, ਕੱਟ ਹੀ ਰਲ ਰੱਖਣੇ ਆ ਉਹਦੇ ਵਿੱਚ, ਫਿਰ ਹਾਲਾਤ ਤਾਂ ਇੱਥੇ ਪਹੁੰਚਣਗੇ। ਫਿਰ ਲੋਕੀ ਇਹਦਾ ਫਾਇਦਾ ਉਠਾਉਂਦੇ ਆ, ਜਿਹੜੇ ਡਿਜ਼ਰਵਿੰਗ ਨਹੀਂ ਆ ਉਹ ਲੈ ਜਾਂਦੇ ਆ, ਜਿਹੜੇ ਡਿਜ਼ਰਵਿੰਗ ਹੁੰਦੇ ਉਹਨਾਂ ਨੂੰ ਮਿਲਦਾ ਨਹੀਂ। ਇੱਕ ਟਾਂਡਾ ਸਾਹਿਬ ਜਿਹੜੇ ਸਾਡੇ ਇੰਸਟੀਟਿਊਸ਼ਨਾਂ ਚਲਾਉਂਦੇ ਆ, ਹਰ ਇੱਕ ਵਿੱਚ ਚੰਗੇ ਵੀ ਬਥੇਰੇ ਹੋਣਗੇ, ਵਿੱਚ ਉਹ ਆਪਣੀ ਬੋਗਸ ਐਨਰੋਲਮੈਂਟ, ਜਿੰਨਾ ਕੁ ਮੇਰੀ ਨੌਲੇਜ ਆ ਨਰਸਿੰਗ ਇੰਸਟੀਚਿਊਟ ਹੋ ਗਈਆਂ, ਆ ਜਿਹੜੇ ਦੂਸਰੇ ਹੈਗੇ ਆ, ਮੰਨ ਲਓ 30 ਸਟੂਡੈਂਟ ਆ ਤੇ ਉਹ ਸ਼ੋਅ ਕਰੀ ਜਾਂਦੇ, 45 ਸਟੂਡੈਂਟ ਉਹ ਭੇਜੀ ਜਾਂਦੇ, ਕਈਆਂ ਦੇ ਉਹ ਆ ਕੇ ਲਈ ਜਾਂਦੇ ਹੈਗੇ। ਇਹ ਇੱਦਾਂ ਦਾ ਚੀਜ਼ ਕਿਵੇਂ ਡਿਟੈਕਟ ਹੋਵੇ? ਕਿਉਂਕਿ ਪੈਸਾ ਤਾਂ ਫਿਰ ਬੋਗਸ ਹੀ ਹੁੰਦਾ ਹੈਗਾ, ਉੱਪਰ ਅਫਸਰਾਂ ਨੂੰ ਮਿਲ ਮਿਲਾ ਕੇ ਖਿਲਾ ਪਿਲਾ ਕੇ ਆਪਣਾ ਕੰਮ ਕਰਾਈ ਜਾਂਦੇ। ਜਦ ਤੁਸੀਂ ਡਾਇਰੈਕਟ ਬੱਚਿਆਂ ਨੂੰ ਦਿਓਗੇ ਤਾਂ ਇਹ ਰੋਲ ਹੀ ਖਤਮ ਹੋ ਜਾਊਗਾ। ਹਾਂਜੀ ਹਾਂਜੀ ਹਾਂਜੀ, ਜਦ ਬੱਚੇ ਨੂੰ ਮਿਲਣਾ ਹੈ, ਈਚ ਬੱਚੇ ਨੂੰ ਮਿਲਣਾ, ਉਹ ਜਿੱਥੇ ਪੜ੍ਹਦਾ ਉੱਥੇ ਹੀ ਮਿਲੂਗਾ। ਬੱਚੇ ਦੇ ਅਕਾਊਂਟ ਵਿੱਚ ਜਾਵੇ, ਇੰਸਟੀਟਿਊਸ਼ਨ ਦੇ ਨਾ ਜਾਵੇ ਅਕਾਊਂਟ 'ਚ, ਫਿਰ ਇਹ ਆਟੋਮੈਟਿਕਲੀ ਬੱਚਾ ਅੱਗੇ ਇੰਸਟੀਟਿਊਸ਼ਨ ਨੂੰ ਪੇ ਕਰੇ। ਹਾਂਜੀ ਹਾਂ, ਆਪਣੇ ਅਕਾਊਂਟ 'ਚੋਂ ਪੈਸੇ ਕਢਾ ਕੇ ਉਹ ਇੰਸਟੀਟਿਊਸ਼ਨ ਨੂੰ ਦੇਵੇ, ਫਿਰ ਇਹ ਜਿਹੜਾ ਬਿਲਕੁਲ ਸਿਸਟਮ ਸਾਫ਼ ਹੋ ਜਾਏਗਾ। ਸਿਸਟਮ ਸਾਫ਼ ਹੋ ਜਾਊਗਾ। ਹਾਂ, ਇਹ ਸੁਜੈਸ਼ਨ ਬਹੁਤ ਵਧੀਆ ਹੈਗੀ ਆ। ਜੇ ਗਵਰਨਮੈਂਟ ਆਫ ਇੰਡੀਆ ਜਿੱਥੇ ਵੀ ਇਸ ਤਰ੍ਹਾਂ ਦੀ ਜਿਹੜੇ ਬੈਨੀਫਿਸ਼ਰੀਜ਼ ਹੈਗੇ ਆ, ਕੋਈ ਇਹਨਾਂ ਨੇ ਸਕੀਮ ਦੇਣੀ ਹੈਗੀ ਆ, ਉਹ ਵਾਇਆ ਮੀਡੀਆ ਕੁਛ ਇਦਾਂ ਦਾ ਨਾ ਹੋਵੇ ਵੀ ਜਿਹੜਾ ਜਿੱਥੇ ਕੋਈ ਪੋਸੀਬਿਲਿਟੀ ਉਹ ਪੈਸਾ ਖਾ ਸਕੇ ਜਾਂ ਕੋਈ ਇਨਫਲੂਐਂਸ ਕਰਦੇ, ਸਿੱਧਾ ਉਹਨਾਂ ਦੇ ਅਕਾਊਂਟ 'ਤੇ ਜਾਣਾ ਚਾਹੀਦਾ ਹੈਗਾ। ਬਿਲਕੁਲ ਠੀਕ।
ਹਾਂ ਦਿਸ ਚਲੋ ਇਜ਼ ਦੀ ਓਨਲੀ ਆਨਸਰ। ਹਾਂਜੀ, ਸਾਡੇ ਨਾਲ ਜੁੜੇ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈਗੀ ਆ। ਥੈਂਕ ਯੂ। ਅਸੀਂ ਉਮੀਦ ਕਰਦੇ ਹੈਗੇ ਆ ਕੋਈ ਫੇਅਰ ਇਨਕੁਆਇਰੀ ਹੋਏਗੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਵਿੱਚ। ਜੋ ਕੁਝ ਦੋਸ਼ੀ ਹੈਗੇ ਆ, ਜਿਹੜੇ ਰੀਅਲ ਕਲਪ੍ਰਿਟਸ ਆ, ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇਗੀ ਤੇ ਜਿਹੜੇ ਵੀਕਰ ਸੈਕਸ਼ਨ ਦੇ ਬੱਚੇ ਆ, ਜਿਹੜੇ ਪੜ੍ਹਨਾ ਚਾਹੁੰਦੇ ਹੈਗੇ ਆ ਸਰਕਾਰ ਦੀ ਸਕੀਮ ਮੁਤਾਬਕ, ਉਹ ਬੇਝਿਜਕ ਅਗਾਂਹ ਪੜ੍ਹਾਈ ਕਰ ਸਕਦੇ ਹੈਗੇ। ਟਾਂਡਾ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ।